हेलो स्टूडेंट्स। हाँ जी बेटा, आज आप स्टार्ट करें हिस्ट्री चैप्टर 1 हाउ व्हेन एंड वेयर। ठीक है। व्हाट इज़ हिस्ट्री? हिस्ट्री है कि हिस्ट्री इज़ अबाउट चेंजेस दैट अकर ओवर टाइम। इट इज़ अबाउट फाइंडिंग आउट हाउ थिंग्स वर इन द पास्ट एंड हाउ थिंग्स हैव चेंज्ड। इट टॉक्स ऑफ बिफोर एंड आफ्टर। हिस्ट्री की है बेटा कि टाइम ਦੇ ਅਕੋਰਡਿੰਗਲੀ, ਠੀਕ ਹੈ, ਪਾਸ ਦੇ ਵਿੱਚ ਤੇ ਹੁਣ ਤੱਕ ਕੀ ਚੇਂਜਿਸ ਹੋਈਆਂ ਨੇ। ਪਹਿਲਾਂ ਕਿਹੋ ਜਿਹਾ ਲੋਕਾਂ ਦਾ ਲਾਈਫ ਸਟਾਈਲ ਸੀ, ਅੱਜ ਕੀ ਹੈ, ਮਤਲਬ ਹਰ ਪੱਖ ਤੋਂ ਕੀ ਚੇਂਜ ਹੋਇਆ, ਇਹੋ ਕੀ ਹੈ ਹਿਸਟਰੀ। ਠੀਕ ਹੈ। ਇਸ ਹਿਸਟਰੀ ਆਲ ਅਬਾਊਟ ਮੈਮੋਰਾਈਜ਼ਿੰਗ ਡੇਟਸ। ਕਿ ਹਿਸਟਰੀ ਜੋ ਹੈ ਸਿਰਫ ਡੇਟਸ ਨੂੰ ਯਾਦ ਰੱਖਣਾ ਹੀ ਹੈ, ਡੇਟਸ ਦਾ ਨਾਮ ਹੀ ਹਿਸਟਰੀ ਹੈ। ਲੇਕਿਨ ਇੱਦਾਂ ਨਹੀਂ ਹੈ ਬੱਚੇ। ਇੱਕ ਟਾਈਮ ਹੁੰਦਾ ਸੀ ਜਿਹੜੇ ਹਿਸਟੋਰੀਅਨਸ ਨੇ, ਹਿਸਟਰੀ ਲਿਖਣ ਵਾਲੇ ਨੇ ਜਾਂ ਹਿਸਟਰੀ ਨਾਲ ਰਿਲੇਟਡ ਲੋਕ ਨੇ, ਉਹ ਸਭ ਤੋਂ ਵੱਧ ਡੇਟਸ ਦੇ ਵੱਲ ਜਿਹੜੇ ਹੈ ਅਟਰੈਕਟਿਵ ਹੁੰਦੇ ਸੀ। ਠੀਕ ਹੈ। ਦੇਅਰ ਵਰ ਹੀਟਡ ਡਿਬੇਟਸ ਅਬਾਊਟ ਦ ਡੇਟਸ ਔਨ ਵਿਚ ਰੂਲਰਸ ਵਰ ਕਰਾਊਨਡ ਔਰ ਬੈਟਲਸ ਵਰ ਫੌਟ। ਕਿਉਂਕਿ ਬੱਚੇ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤਾਂ ਲੋਕਾਂ ਦਾ ਜਿਹੜਾ ਸਾਰਾ ਫੋਕਸ ਸੀ ਉਹ ਉਹਨਾਂ ਰਾਜਿਆਂ ਦੇ ਕਰਾਊਨ ਬਾਰੇ, ਕਦੋਂ ਉਹਨਾਂ ਨੂੰ ਉਹਨਾਂ ਦੀ ਤਾਜ਼ਪੋਸ਼ੀ ਹੋਈ, ਕਦੋਂ ਉਹਨਾਂ ਨੇ ਲੜਾਈਆਂ ਲੜੀਆਂ, ਕਿੱਥੇ ਮਤਲਬ ਕਿਸ ਨੂੰ ਜਿੱਤਿਆ, ਕਿਸ ਤੋਂ ਹਾਰੇ, ਇਹ ਸਾਰਾ ਕੁਝ ਉਹਨਾਂ ਦਾ ਫੋਕਸ ਹੁੰਦਾ ਸੀ। ਠੀਕ ਹੈ। ਇਨ ਦਾ ਕਾਮਨ ਸੈਂਸ ਨੋਸ਼ਨ ਹਿਸਟਰੀ ਕੀ ਸੀ ਰਾਜੇ? ਆਮ ਸਾਡਾ ਜਿਹੜਾ ਆਮ ਆਈਡੀਆ ਹੈ, ਆਮ ਪਬਲਿਕ ਦਾ ਆਈਡੀਆ, ਤਾਂ ਫਿਰ ਉਸ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਵਿਚਾਰ ਸੀ ਜਾਂ ਇਹ ਭਾਵਨਾ ਬੈਠ ਗਈ ਸੀ ਕਿ ਹਿਸਟਰੀ ਜਿਹੜੀ ਹੈ ਉਹ ਡੇਟਸ ਦਾ ਹੀ ਮਤਲਬ ਡੇਟ ਦਾ ਹੀ ਸਮਾਨਾਰਥਕ ਸ਼ਬਦ ਹੈ। ਠੀਕ ਹੈ। ਕਈ ਵਾਰ ਅਸੀਂ ਸੁਣਿਆ ਹੋਏਗਾ, ਹਰ ਕੋਈ ਕਹਿ ਦਿੰਦਾ ਸੀ, ਵੀ ਕਹਿ ਦਿੰਦੇ ਆ ਕਿ ਹਿਸਟਰੀ ਬਹੁਤ ਬੋਰਿੰਗ ਹੈ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਡੇਟਸ ਨੇ ਉਹ ਯਾਦ ਰੱਖਣੀਆਂ ਪੈਂਦੀਆਂ ਨੇ। ਇਹ ਇੱਕ ਤਰ੍ਹਾਂ ਨਾਲ ਜੇ ਆਪਾਂ ਇੱਕ ਪੁਆਇੰਟ ਆਫ ਵਿਊ ਤੋਂ ਲਈਏ ਸਹੀ ਵੀ ਹੈ, ਕਿਉਂਕਿ ਹਿਸਟਰੀ ਦੇ ਵਿੱਚ ਡੇਟਸ ਸਭ ਤੋਂ ਜ਼ਿਆਦਾ ਹੈ। ਕੀ ਹੁੰਦਾ ਰਾਜੇ, ਜਿਹੜੇ ਮੈਨੀ ਅਕਰੈਂਸਿਸ ਐਂਡ ਈਵੈਂਟਸ ਕੈਨ ਨਾਟ ਬੀ ਐਟਰੀਬਿਊਟਡ ਟੂ ਸਪੈਸੀਫਿਕ ਡੇਟ। ਡੇਟਸ ਵੀ ਯਾਦ ਰੱਖਣੀਆਂ ਪੈਂਦੀਆਂ, ਲੇਕਿਨ ਇਸ ਤੋਂ ਬਿਨਾਂ ਵੀ ਕਈ ਵਾਰੀ ਬਹੁਤ ਕੁਝ ਇਹਨਾਂ ਨੇ ਅਸੀਂ ਕਹਿ ਚੁੱਕੇ ਹਾਂ ਨਾ ਕਿ ਜਿਹੜੀ ਹਿਸਟਰੀ ਹੈ ਉਹ ਕੀ ਹੈ, ਚੇਂਜਿਸ ਹੈ, ਕਿ ਟਾਈਮ ਟੂ ਟਾਈਮ ਕੀ ਚੇਂਜਿਸ ਹੋ ਰਹੀਆਂ ਨੇ। ਲੇਕਿਨ ਕੀ ਹੈ ਰਾਜੇ, ਇਕੱਲੀਆਂ ਡੇਟਸ ਹੀ ਫਿਕਸ ਨਹੀਂ ਹੁੰਦੀਆਂ, ਬਹੁਤ ਕੁਝ ਇੱਦਾਂ ਦਾ ਹੈ ਜਿਹੜਾ ਕਿ ਇੱਕ ਦਿਨ ਦੇ ਵਿੱਚ ਚੇਂਜ ਨਹੀਂ ਹੁੰਦਾ, ਲੰਬੇ ਟਾਈਮ ਦੇ ਵਿੱਚ ਚੇਂਜ ਹੁੰਦਾ, ਤਾਂ ਅਸੀਂ ਉਸ ਨੂੰ ਇੱਕ ਫਿਕਸ ਡੇਟ ਦੇ ਨਾਲ ਰਿਪਰੈਜ਼ੈਂਟ ਨਹੀਂ ਕਰ ਸਕਦੇ। ਜਿਵੇਂ ਕਿ ਐਗਜ਼ਾਮਪਲ ਹੈ ਲਿਪਟਨ ਟੀ ਦੀ। ਲਿਪਟਨ ਟੀ ਕੀ ਹੈ ਰਾਜੇ, ਜਿਹੜੀ ਇਹ ਰਾਇਲ ਐਡਵਰਟਾਈਜ਼ਮੈਂਟ ਹੈ ਜਿਹੜੀ ਕਿ ਅੰਗਰੇਜ਼ ਸਾਡੇ ਕੰਟਰੀ ਦੇ ਵਿੱਚ ਲੈ ਕੇ ਆਏ ਸੀ। ਠੀਕ ਹੈ। ਉਹ ਆਪਣੇ ਕੰਟਰੀ ਦੇ ਵਿੱਚੋਂ ਲਿਆ ਕੇ ਸਾਡੇ ਕੰਟਰੀ ਦੇ ਵਿੱਚ ਸੇਲ ਕਰਨਾ ਚਾਹੁੰਦੇ ਸੀ, ਜਿਹੜੀ ਕਿ ਮਤਲਬ ਸਸਤੇ ਭਾਅ 'ਤੇ ਉੱਥੋਂ ਲਿਆਉਂਦੇ ਸਨ, ਮਹਿੰਗੇ ਰੇਟਾਂ 'ਤੇ ਵੇਚਦੇ ਸੀ। ਦੂਸਰਾ, ਉਹ ਚਾਹੁੰਦੇ ਸੀ ਕਿ ਲੋਕ ਇੱਥੋਂ ਦੇ ਇਸ ਬਾਰੇ ਜਾਣਨ ਤਾਂ ਉਹ ਇੱਥੇ ਜਿਹੜੀ ਹੈ ਟੀ ਦੀ ਖੇਤੀ ਕਰ ਸਕਣ। ਉਹਨਾਂ ਨੇ ਸਾਡੇ ਕੰਟਰੀ ਨੂੰ ਸਰਵੇ ਕੀਤਾ ਤਾਂ ਉਹਨਾਂ ਨੇ ਦੇਖ ਲਿਆ ਸੀ ਕਿ ਇੱਥੇ ਜਿਹੜੀ ਟੀ ਹੈਗੀ ਆ ਪੈਦਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸਾਡੇ ਲੋਕ ਨਹੀਂ ਸੀ ਜਾਣ, ਲੇਕਿਨ ਇੱਕ ਦਿਨ ਦੇ ਵਿੱਚ ਨਹੀਂ ਸਿੱਖ ਗਏ ਸੀ ਸਾਰੇ ਲੋਕ, ਇੱਕ ਦਿਨ ਦੇ ਵਿੱਚ ਕਿਸੇ ਨੇ ਅਡੋਪਟ ਨਹੀਂ ਕਰ ਲਿਆ ਸੀ ਇਸ ਨੂੰ। ਹੌਲੀ ਹੌਲੀ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਆਈ। ਠੀਕ ਹੈ। ਹੌਲੀ ਹੌਲੀ ਲੋਕਾਂ ਨੂੰ ਇਹਦੇ ਟੇਸਟ ਦਾ ਪਤਾ ਲੱਗਿਆ ਤਾਂ ਫਿਰ ਲੋਕਾਂ ਨੇ ਇਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ। ਇਸੇ ਤਰ੍ਹਾਂ ਹੀ ਕੁਝ ਹੋਰ ਐਗਜ਼ਾਮਪਲ ਹੈ, ਜਿਵੇਂ ਕਿ ਬ੍ਰਿਟਿਸ਼ ਰੂਲ ਹੀ ਕਹਿ ਲਓ, ਕੋਈ ਇੱਕ ਦਿਨ ਦੇ ਵਿੱਚ ਬ੍ਰਿਟਿਸ਼ ਰੂਲ ਸਥਾਪਿਤ ਨਹੀਂ ਹੋ ਗਿਆ ਸੀ। ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਇੱਥੇ ਆਈ ਸੀ ਇੱਕ ਵਪਾਰਕ ਕੰਪਨੀ ਦੇ ਰੂਪ ਦੇ ਵਿੱਚ ਵਪਾਰ ਕਰਨ ਦੇ ਲਈ। ਹੌਲੀ ਹੌਲੀ ਉਹਨਾਂ ਨੇ ਆਪਣੇ ਪੈਰ ਜਮਾਣੇ ਸ਼ੁਰੂ ਕਰ ਦਿੱਤੇ। ਠੀਕ ਹੈ। ਇੱਕ ਲੰਬੇ ਟਾਈਮ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਉੱਪਰ ਅਧਿਕਾਰ ਕੀਤਾ। ਇਸੇ ਤਰ੍ਹਾਂ ਹੀ ਨੈਸ਼ਨਲ ਮੂਵਮੈਂਟ ਹੈ, ਕੋਈ ਇੱਕ ਦਿਨ ਦੇ ਵਿੱਚ ਸਟਾਰਟ ਨਹੀਂ ਹੋ ਗਈ ਸੀ। ਹੌਲੀ ਹੌਲੀ ਲੋਕ ਅਵੇਅਰ ਹੋਏ, ਲੋਕਾਂ ਨੂੰ ਮਤਲਬ ਕੁਝ ਲੋਕਾਂ ਨੇ ਅੱਗੇ ਲੀਡ ਕਰਕੇ ਉਹਨਾਂ ਨੂੰ ਮਤਲਬ ਅਵੇਅਰ ਕੀਤਾ, ਉਹਨਾਂ ਨੂੰ ਨੌਲੇਜ ਦਿੱਤੀ ਇਹਨਾਂ ਚੀਜ਼ਾਂ ਦੀ ਕਿ ਲਿਬਰਟੀ ਸਾਡੇ ਲਈ ਕਿੰਨੀ ਜ਼ਰੂਰੀ ਹੈ। ਤਾਂ ਹੌਲੀ ਹੌਲੀ ਲੋਕ ਜਿਹੜੇ ਆ ਗ੍ਰੈਜੂਅਲੀ ਇਕੱਠੇ ਹੋਏ, ਫਿਰ ਉਹਨਾਂ ਨੇ ਜਾ ਕੇ ਕਿਤੇ ਮੂਵਮੈਂਟਸ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਹੀ ਰਾਜੇ ਜਿਹੜੀ ਸੁਸਾਇਟੀ ਹੈ ਕੋਈ ਇੱਕ ਦਿਨ ਦੇ ਵਿੱਚ ਚੇਂਜ ਨਹੀਂ ਹੋ ਸਕਦੀ, ਸਾਡੀ ਆਰਥਿਕਤਾ ਕੋਈ ਇੱਕ ਦਿਨ ਦੇ ਵਿੱਚ ਚੇਂਜ ਨਹੀਂ ਹੋਈ। ਠੀਕ ਹੈ। ਸਾਡਾ ਜਿਹੜਾ ਪ੍ਰੋਡਕਸ਼ਨ ਵਗੈਰਾ ਹੈ ਇੱਕ ਦਿਨ ਦੇ ਵਿੱਚ ਨਹੀਂ ਵਧਿਆ, ਹੌਲੀ ਹੌਲੀ ਲੰਬੇ ਟਾਈਮ ਦੇ ਵਿੱਚ ਇਹ ਚੇਂਜਿਸ ਹੁੰਦੀਆਂ ਨੇ। ਠੀਕ ਹੈ। ਇਹ ਜਿਹੜੀਆਂ ਇੱਦਾਂ ਦੀਆਂ ਚੇਂਜਿਸ ਹੈ ਇਹ ਕਿਸੇ ਪਰਟੀਕੂਲਰ ਡੇਟ ਦੇ ਨਾਲ ਬਾਈਂਡ ਨਹੀਂ ਹੁੰਦੀਆਂ। ਵਾਈ ਡੂ ਵੀ ਸਟਿਲ ਐਸੋਸ਼ੀਏਟ ਹਿਸਟਰੀ ਟੂ ਡੇਟਸ? ਫਿਰ ਜਦੋਂ ਇੰਨਾ ਕੁਝ ਹਿਸਟਰੀ ਦੇ ਵਿੱਚ ਵਿਦਾਊਟ ਡੇਟਸ ਵੀ ਹੈ, ਫਿਰ ਅਸੀਂ ਕਿਉਂ ਹਿਸਟਰੀ ਨੂੰ ਡੇਟਸ ਦੇ ਨਾਲ ਐਸੋਸ਼ੀਏਟ ਕਰਦੇ ਹਾਂ? ਠੀਕ ਹੈ। ਕਿਉਂ ਅਸੀਂ ਮੰਨਦੇ ਹਾਂ ਕਿ ਹਿਸਟਰੀ ਜਿਹੜੀ ਆ ਉਹ ਡੇਟਸ ਦਾ ਹੀ ਦੂਸਰਾ ਨਾਮ ਹੈ? ਰੀਜ਼ਨ ਸੀ ਇਸ ਦੇ ਪਿੱਛੇ ਬੱਚੇ, ਦੇਅਰ ਵਾਜ਼ ਅ ਟਾਈਮ ਵੈਨ ਹਿਸਟਰੀ ਵਾਜ਼ ਐਨ ਅਕਾਊਂਟ ਆਫ ਬੈਟਲਸ ਐਂਡ ਬਿਗ ਈਵੈਂਟਸ।
ਕੀ ਸੀ ਰਾਜੇ, ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤਾਂ ਸਭ ਤੋਂ ਜ਼ਿਆਦਾ ਕਿਹੜੀਆਂ ਇੰਪੋਰਟੈਂਟ ਇਵੈਂਟਸ ਹੁੰਦੀਆਂ ਸੀ ਇੱਥੇ। ਰਾਜੇ ਜਿਹੜੇ ਕੀ ਕਰਦੇ ਸੀ, ਲੜਾਈਆਂ ਕਰਦੇ ਸੀ, ਦੂਸਰੇ ਦੇ ਉੱਪਰ ਦੂਸਰੇ ਰਾਜੇ ਨਾਲ ਲੜਾਈ ਕਰਕੇ ਉਸ ਨੂੰ ਜਿੱਤ ਲੈਣਾ, ਕਿਸੇ ਨੇ ਹਾਰ ਜਾਣਾ, ਠੀਕ ਹੈ। ਸਭ ਤੋਂ ਜਿਹੜਾ ਮੇਨ ਕੰਮ ਰਾਜਿਆਂ ਦਾ ਇਹੋ ਹੀ ਹੁੰਦਾ ਸੀ। ਤਾਂ ਇਸ ਕਰਕੇ ਜਿਹੜੀ ਹੈ ਜਿਹੜੇ ਹਿਸਟੋਰੀਅਨਸ ਹੈ ਉਹਨਾਂ ਦਾ ਸਭ ਤੋਂ ਵੱਡਾ ਫੋਕਸ ਕੀ ਹੁੰਦਾ ਸੀ, ਰਾਜੇ ਮਹਾਰਾਜੇ ਹੁੰਦੇ ਸੀ, ਠੀਕ ਹੈ। ਰੂਲਰਸ ਕੀ ਕਰਦੇ ਆ, ਕਿਸ ਤਰ੍ਹਾਂ ਦੀਆਂ ਪੋਲਿਸੀਜ਼ ਹੈ ਉਹਨਾਂ ਬਾਰੇ ਲਿਖਣਾ, ਠੀਕ ਹੈ। ਉਹਨਾਂ ਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਲਿਖ ਲਿਖ ਕੇ ਰੱਖਣਾ, ਕਿਉਂਕਿ ਰਾਜਾ ਹੀ ਡੋਮੀਨੈਂਟ ਹੁੰਦਾ ਸੀ, ਰਾਜੇ ਦਾ ਹੀ ਸਭ ਤੋਂ ਜ਼ਿਆਦਾ ਪ੍ਰਭਾਵ ਹੁੰਦਾ ਸੀ ਅਤੇ ਲੋਕ ਰਾਜਾ ਬਾਰੇ ਹੀ ਸਭ ਤੋਂ ਵੱਧ ਲਿਖਦੇ ਸੀ, ਆਮ ਪਬਲਿਕ ਨੂੰ ਇਗਨੋਰ ਕੀਤਾ ਜਾਂਦਾ ਸੀ। ਤਾਂ ਇਸ ਕਰਕੇ ਜਿਹੜੀ ਹਿਸਟਰੀ ਹੈ ਇਹ ਡੇਟਸ ਦੇ ਨਾਲ ਮੈਮੋਰਾਈਜ਼ ਕੀਤੀ ਜਾਂਦੀ ਹੈ, ਠੀਕ ਹੈ। ਨੈਕਸਟ ਹੈ ਜੀ ਐਸੋਸੀਏਸ਼ਨ, ਦੇਅਰ ਵਾਜ਼ ਅ ਰੀਜ਼ਨ। ਕੀ ਰੀਜ਼ਨ ਸੀ ਆਪਾਂ ਗੱਲ ਕਰ ਚੁੱਕੇ ਹਾਂ। ਫॉर ਇਵੈਂਟਸ ਸੱਚ ਐਜ਼ these specific dates could be determined, therefore the notion of history being synonymous to dates kept rising। ਤਾਂ ਇਹ ਜਿਹੜੀਆਂ ਡੇਟਸ ਹੈ ਰਾਜੀ ਸਪੈਸੀਫਿਕ ਡੇਟਸ ਹੁੰਦੀਆਂ ਸੀ ਕਿ ਕਦੋਂ ਕੋਈ ਰਾਜਾ ਬਣਿਆ, ਕਦੋਂ ਉਸਨੇ ਲੜਾਈ ਕੀਤੀ ਹੈ, ਠੀਕ ਹੈ, ਕਦੋਂ ਉਸਦੀ ਮੈਰਿਜ ਹੋਈ ਹੈ, ਕਦੋਂ ਮਤਲਬ ਉਹਦੀ ਹਰ ਇੱਕ ਗਤੀਵਿਧੀ ਜਿਹੜੀ ਆ ਉਹ ਟਾਈਮ ਦੇ ਅਕੋਰਡਿੰਗਲੀ ਹੁੰਦੀ ਸੀ। ਤਾਂ ਇਸ ਕਰਕੇ ਲੋਕ ਜਿਹੜੇ ਆ ਉਹ ਡੇਟਾਂ ਲਿਖਦੇ ਸੀ। ਤਾਂ ਫਿਰ ਸਾਨੂੰ ਇਹ ਸਾਰਾ ਕੁਛ ਰਾਜੇ ਪੜ੍ਹਨ ਨੂੰ ਮਿਲਦਾ। ਅਸੀਂ ਜੇ ਪਿਛਲੀ ਹਿਸਟਰੀ ਚੱਕਦੇ ਹਾਂ ਤਾਂ ਸਾਨੂੰ ਇਹੋ ਚੀਜ਼ਾਂ ਸਭ ਤੋਂ ਜ਼ਿਆਦਾ ਮਿਲਦੀਆਂ। ਇਸ ਕਰਕੇ ਲੋਕਾਂ ਦੇ ਦਿਮਾਗ ਦੇ ਵਿੱਚ ਆਈਡੀਆ ਬੈਠ ਗਿਆ, ਇਹ ਭਾਵਨਾ ਬੈਠ ਗਈ ਕਿ ਹਿਸਟਰੀ ਜਿਹੜੀ ਆ ਉਹ ਡੇਟਸ ਦਾ ਹੀ ਸਿਨੋਨਿਮ ਹੈ। ਇਸ ਤੋਂ ਬਿਨਾਂ ਵੀ ਰਾਜੇ ਹਿਸਟਰੀ ਦੇ ਬਹੁਤ ਸਾਰੇ ਐਸਪੈਕਟਸ ਹੈ, ਡੇਟਸ ਤੋਂ ਬਿਨਾਂ ਵੀ। ਅਸੀਂ ਕਿੰਨਾ ਕੁਝ ਦੇਖਣਾ ਚਾਹੁੰਦੇ ਹਾਂ ਕਿ ਲੋਕ ਜਿਹੜੇ ਆ ਪਹਿਲਾਂ ਕਿੱਦਾਂ ਦਾ ਉਹਨਾਂ ਦਾ ਲਾਈਫ ਸਟਾਈਲ ਸੀ, ਕਿਵੇਂ ਉਹ ਆਪਣੀਆਂ ਡੇਲੀ ਰੂਟੀਨ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਸੀ, ਕੀ ਉਹ ਪ੍ਰੋਡਿਊਸ ਕਰਦੇ ਸੀ, ਕਿਸ ਤਰ੍ਹਾਂ ਦੀਆਂ ਫਸਲਾਂ ਉਗਾਉਂਦੇ ਸੀ, ਕੀ ਖਾਂਦੇ ਸੀ, ਕਿਵੇਂ ਜਿਹੜੇ ਸਿਟੀਜ਼ ਮਾਰਕੀਟਸ ਮਤਲਬ ਬਾਜ਼ਾਰ ਸ਼ਹਿਰ ਵਗੈਰਾ ਕਿਵੇਂ ਇਸਟੈਬਲਿਸ਼ ਹੋਏ, ਹੈ ਨਾ, ਕਿਵੇਂ ਇਹਨਾਂ ਦਾ ਇਹ ਅੱਜ ਵਾਲਾ ਰੂਪ ਸਾਹਮਣੇ ਆਇਆ। ਤਾਂ ਇਹ ਸਾਰਾ ਕੁਛ ਰਾਜੇ ਸਾਨੂੰ ਜਾਣਨਾ ਚਾਹੀਦਾ। ਇਹ ਵੀ ਹਿਸਟਰੀ ਦਾ ਇੱਕ ਬਹੁਤ ਇੰਪੋਰਟੈਂਟ ਪੱਖ ਹੈ। ਹਾਊ ਕਿੰਗਡਮਸ ਵਰ ਫਾਰਮਡ, ਕਿਵੇਂ ਕਿਵੇਂ ਕਿੰਗਡਮਸ ਬਣੇ, ਰਾਜ ਕਿਵੇਂ ਬਣੇ, ਠੀਕ ਹੈ, ਕਿਵੇਂ ਨਿਊ ਆਈਡੀਆਜ਼ ਲੋਕਾਂ ਦੇ ਦਿਮਾਗ ਵਿੱਚ ਆਏ, ਕਿਵੇਂ ਸਾਡਾ ਕਲਚਰ ਜਿਹੜਾ ਹੈਗਾ ਹੋਂਦ ਵਿੱਚ ਆਇਆ, ਕਿਵੇਂ ਸੁਸਾਇਟੀ ਚੇਂਜ ਹੁੰਦੀ ਗਈ, ਲੋਕ ਜਿਹੜੇ ਆ ਕਿਵੇਂ ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਰਹਿਣ ਸਹਿਣ ਦੇ ਢੰਗ ਕਿਵੇਂ ਚੇਂਜ ਹੁੰਦੇ ਗਏ। ਇਹ ਸਾਰਾ ਕੁਛ ਕੀ ਹੈ, ਹਿਸਟਰੀ ਦੇ ਐਸਪੈਕਟਸ ਹੈ। ਇਸ ਤੋਂ ਬਿਨਾਂ ਕੁਛ ਹੋਰ ਇੰਪੋਰਟੈਂਟ ਡੇਟਸ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਵਰ ਫੋਕਸਿੰਗ ਔਨ ਦਾ ਰੂਲ ਆਫ ਬ੍ਰਿਟਿਸ਼ ਗਵਰਨਰ ਜਨਰਲਸ। ਜਦੋਂ ਸਾਡਾ ਇੰਡੀਆ ਬ੍ਰਿਟਿਸ਼ ਦੇ ਅੰਡਰ ਆ ਗਿਆ ਤਾਂ ਫਿਰ ਇੱਥੇ ਗਵਰਨਰ ਜਨਰਲ ਆਉਂਦੇ ਸੀ, ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ। ਤਾਂ ਉਦੋਂ ਲੋਕਾਂ ਦਾ ਜਿਹੜਾ ਹਿਸਟੋਰੀਅਨਸ ਦਾ ਜਿਹੜਾ ਫੋਕਸ ਸੀ ਉਹ ਸਾਰੇ ਦਾ ਸਾਰਾ ਇਹਨਾਂ ਦੇ ਆਲੇ ਦੁਆਲੇ ਘੁੰਮਦਾ ਸੀ। ਉਹ ਲੋਕ ਇਹਨਾਂ ਬਾਰੇ ਲਿਖਦੇ ਸੀ, ਠੀਕ ਹੈ। ਸਾਨੂੰ ਉਹ ਹਿਸਟਰੀ ਪੜ੍ਹਨ ਦੀ ਲੋੜ ਵੀ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਪੋਲਿਸੀ ਸੀ, ਕਿਸ ਤਰ੍ਹਾਂ ਦੇ ਉਹ ਲੋਕ ਸੀ, ਕੀ ਉਹ ਸਾਡੇ ਨਾਲ ਕਰਦੇ ਸੀ, ਠੀਕ ਹੈ। ਇਹ ਵੀ ਜ਼ਰੂਰੀ ਹੈ। ਦੂਸਰਾ ਹੈ ਇਫ ਵੀ ਚੇਂਜ ਓਵਰ ਲਾਈਨ ਆਫ ਸਟੱਡੀ, ਜੇ ਅਸੀਂ ਆਪਣੀ ਸਟੱਡੀ ਦੀ ਲਾਈਨ ਨੂੰ ਚੇਂਜ ਕਰਦੇ ਹਾਂ, ਕਿਸੇ ਹੋਰ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ ਕਿ ਲੋਕ ਉਸ ਟਾਈਮ ਦੇ ਵਿੱਚ, ਇਹਨਾਂ ਬਾਰੇ ਤਾਂ ਸਾਨੂੰ ਲਿਖਿਆ ਹੋਇਆ ਬਹੁਤ ਮਿਲ ਗਿਆ, ਲੇਕਿਨ ਇਸ ਤੋਂ ਬਿਨਾਂ ਸਾਨੂੰ ਕੀ ਜਾਣਨ ਦੀ ਲੋੜ ਹੈ ਕਿ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਇੱਥੇ ਰਹਿੰਦੇ ਸੀ, ਸਾਡੇ ਜਿਹੜੇ ਲੋਕ ਸੀ, ਕੋਈ ਗਰੀਬ ਲੋਕ ਸੀ, ਉਹ ਕਿਸ ਤਰ੍ਹਾਂ ਰਹਿੰਦੇ ਸੀ, ਉਹਨਾਂ ਦੀ ਲਾਈਫ ਕੀ ਸੀ, ਉਹਨਾਂ ਦੀਆਂ ਕੀ ਪ੍ਰੋਬਲਮ ਸੀ, ਠੀਕ ਹੈ। ਸੁਸਾਇਟੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਸੀ, ਹੌਲੀ ਹੌਲੀ ਉਹ ਸੁਸਾਇਟੀ ਕਿਵੇਂ ਚੇਂਜ ਹੋਈ, ਲੋਕਾਂ ਨੇ ਕਿਵੇਂ ਆਪਣੇ ਆਪ ਨੂੰ ਬਦਲਿਆ, ਕਿਵੇਂ ਲੋਕ ਉਹਨਾਂ ਦੇ ਵਿਰੁੱਧ ਖੜ੍ਹੇ ਹੋ ਗਏ, ਠੀਕ ਹੈ। ਤਾਂ ਇਹ ਜਿਹੜੀਆਂ ਇਸ ਤਰ੍ਹਾਂ ਇਹਨਾਂ ਡੇਟਸ ਨੂੰ ਅਸੀਂ ਇਸ ਪੁਆਇੰਟ ਆਫ ਵਿਊ ਦੇ ਨਾਲ ਨਵੀਆਂ ਡੇਟਸ ਦੇ ਨਾਲ ਰੀਪਲੇਸ ਕਰ ਸਕਦੇ ਹਾਂ, ਠੀਕ ਹੈ। ਵਾਈ ਡੂ ਵੀ ਡਿਵਾਈਡ ਹਿਸਟਰੀ ਇਨਟੂ ਡਿਫਰੈਂਟ ਪੀਰੀਅਡਸ। ਤਾਂ ਹਿਸਟਰੀ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ 3 ਪੀਰੀਅਡਸ ਦੇ ਵਿੱਚ, ਅੱਜ ਅਸੀਂ ਪੜ੍ਹਦੇ ਹਾਂ ਕਿ ਹਿਸਟਰੀ 3 ਪੀਰੀਅਡਸ ਦੇ ਵਿੱਚ ਡਿਵਾਈਡ ਕੀਤੀ ਗਈ ਹੈ। ਇਹ ਕੁਛ ਇਸ ਦੇ ਰੀਜ਼ਨ ਕੀ ਹੈ, ਕਿਉਂ ਹਿਸਟਰੀ ਨੂੰ ਡਿਵਾਈਡ ਕੀਤਾ ਗਿਆ ਸੀ, ਠੀਕ ਹੈ। ਟੂ ਕੈਪਚਰ ਦਾ ਕਰੈਕਟਰਿਸਟਿਕਸ ਆਫ ਅ ਟਾਈਮ ਐਂਡ ਇਟਸ ਸੈਂਟਰਲ ਫੀਚਰਸ। ਅਸੀਂ ਉਸ ਪਰਟੀਕੂਲਰ ਟਾਈਮ ਦੇ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਉਸ ਟਾਈਮ ਦੀਆਂ ਜਿਹੜੀਆਂ ਸੈਂਟਰਲ ਫੀਚਰਸ ਕੀ ਸੀ, ਕੀ ਕਰੈਕਟਰਿਸਟਿਕਸ ਸੀ, ਕਿਸ ਤਰ੍ਹਾਂ ਦਾ ਲੋਕ ਜਿਹੜਾ ਹੈਗਾ ਉਦੋਂ ਦਾ ਸਿਸਟਮ ਸੀ, ਕਿਵੇਂ ਸੁਸਾਇਟੀ ਸੀ, ਕਿਸ ਤਰ੍ਹਾਂ ਦੇ ਲੋਕ ਸੀ, ਕਿਹੋ ਜਿਹਾ ਖਾਣ ਪੀਣ ਸੀ, ਕੀ ਸਪੈਸੀਫਿਕ ਇੱਦਾਂ ਦੀਆਂ ਚੀਜ਼ਾਂ ਸੀ ਜਿਹੜੀਆਂ ਕਿ ਅਗਲੇ ਪੀਰੀਅਡ ਦੇ ਨਾਲੋਂ ਅਲੱਗ ਸੀ, ਠੀਕ ਹੈ। ਟੂ ਰਿਫਲੈਕਟ ਆਰ ਆਈਡੀਆਜ਼ ਅਬਾਊਟ ਦਾ ਪਾਸਟ। ਸਾਡਾ ਪਾਸਟ ਦੇ ਬਾਰੇ ਵਿੱਚ ਕੀ ਆਈਡੀਆਜ਼ ਨੇ, ਕਿਸ ਤਰ੍ਹਾਂ ਸਾਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲੋਕ ਕਿਸ ਤਰ੍ਹਾਂ ਦੇ ਸੀ ਉਸ ਟਾਈਮ ਦੇ ਵਿੱਚ, ਠੀਕ ਹੈ। ਦੂਸਰੀ ਗੱਲ ਹੈ ਕਿ ਇੱਕ ਪੀਰੀਅਡ ਤੋਂ ਦੂਸਰੇ ਪੀਰੀਅਡ ਦੇ ਵਿੱਚ ਚੇਂਜ ਦੀ ਕੀ ਮਹੱਤਤਾ ਹੈ,
ਜਿਹੜਾ ਪੀਰੀਅਡ ਹੈ ਬੱਚੇ ਉਹ ਇੱਕੋ ਜਿਹਾ ਨਹੀਂ ਰਹਿੰਦਾ ਹਮੇਸ਼ਾ, ਟਾਈਮ ਹਮੇਸ਼ਾ ਬਦਲਦਾ ਰਹਿੰਦਾ ਹੈ। ਇਸ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਕੀ ਇੰਪੋਰਟੈਂਸ ਹੈ ਇਸ ਚੀਜ਼ ਨੂੰ ਪੜ੍ਹਨ ਵਾਸਤੇ ਵੀ ਅਸੀਂ ਹਿਸਟਰੀ ਨੂੰ ਡਿਵਾਈਡ ਕੀਤਾ ਹੋਇਆ। ਅਸੀਂ ਗੱਲ ਕਰਦੇ ਹਾਂ ਜੇਮਸ ਮਿਲ ਦੀ। ਇਹ ਇੱਕ ਸਕਾਟਿਸ਼ ਇਕੋਨੋਮਿਸਟ ਸੀ, ਪੋਲੀਟੀਕਲ ਫਿਲੋਸਫਰ ਸੀ, ਜਿਹਨੇ ਕਿ ਇੰਡੀਅਨ ਹਿਸਟਰੀ ਨੂੰ 3 ਪੀਰੀਅਡਸ ਦੇ ਵਿੱਚ ਡਿਵਾਈਡ ਕੀਤਾ ਸੀ, ਹਿੰਦੂ, ਮੁਸਲਿਮ ਐਂਡ ਬ੍ਰਿਟਿਸ਼। ਇਹ 3 ਜਿਹੜੇ ਪੀਰੀਓਡਾਈਜੇਸ਼ਨ ਸੀ ਰਾਜੇ, ਬੇਸ਼ੱਕ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਐਕਸੈਪਟ ਵੀ ਕੀਤਾ, ਲੇਕਿਨ ਇਸ ਦੇ ਵਿੱਚ ਕਈ ਸਾਰੀਆਂ ਪ੍ਰੋਬਲਮ ਸੀ। ਕੀ ਪ੍ਰੋਬਲਮ ਸੀ ਕਿ ਅਸੀਂ ਅਗਰ ਹਿਸਟਰੀ ਨੂੰ ਜਿਵੇਂ ਹਿੰਦੂ ਕਹਿ ਲਓ ਜਾਂ ਮੁਸਲਿਮ ਕਹਿ ਲਓ ਜਾਂ ਬ੍ਰਿਟਿਸ਼ ਕਹਿ ਲਓ, ਅਸੀਂ ਇੱਕ ਹਿੰਦੂ ਕੀ ਹੈ, ਇੱਕ ਰਿਲੀਜਨ ਹੈ। ਅਸੀਂ ਹਿਸਟਰੀ ਨੂੰ ਅਗਰ ਕਿਸੇ ਇੱਕ ਰਿਲੀਜਨ ਦੇ ਨਾਲ ਜੋੜ ਕੇ ਉਸ ਪੂਰੇ ਟਾਈਮ ਪੀਰੀਅਡ ਨੂੰ ਇਸ ਦਾ ਨਾਮ ਦੇ ਦਿੰਦੇ ਹਾਂ ਤਾਂ ਫਿਰ ਰਾਜੇ ਇਹ ਸਹੀ ਨਹੀਂ ਹੋਏਗਾ, ਕਿਉਂਕਿ ਉਸ ਟਾਈਮ ਦੇ ਵਿੱਚ ਹਿੰਦੂਆਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲੋਕ ਸੀ, ਹੋਰ ਵੀ ਲੋਕਾਂ ਦੀਆਂ ਜਿਹੜੀਆਂ ਬਲੀਫਸ ਹੈ। ਜ਼ਰੂਰੀ ਨਹੀਂ ਕਿ ਸਾਰੇ ਲੋਕ ਹਿੰਦੂ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਹੋਣ, ਹੋਰ ਵੀ ਬਹੁਤ ਸਾਰੇ ਧਰਮਾਂ ਦਾ ਬੋਲਬਾਲਾ ਸੀ। ਕੋਈ ਜੈਨਿਜ਼ਮ, ਕੋਈ ਬੁੱਧਿਜ਼ਮ, ਕੋਈ ਕ੍ਰਿਸਚਨ ਹੋ ਸਕਦੇ ਆ, ਈਸਾਈ ਲੋਕ ਹੋ ਸਕਦੇ ਆ, ਹੈ ਨਾ। ਤਾਂ ਇਸ ਤੋਂ ਬਿਨਾਂ ਹੋਰ ਵੀ ਲੋਕਾਂ ਦੀਆਂ ਸੋਚ ਹੋ ਸਕਦੀ ਹੈ, ਠੀਕ ਹੈ। ਤਾਂ ਉਹ ਸਾਰੇ ਲੋਕ ਇਗਨੋਰ ਕੀਤੇ ਜਾਣਗੇ, ਇਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ, ਠੀਕ ਹੈ। ਤਾਂ ਇਸ ਕਰਕੇ ਇਹ ਜਿਹੜਾ ਪੀਰੀਓਡਾਈਜੇਸ਼ਨ ਸੀ ਇਹ ਸਹੀ ਨਹੀਂ ਸੀ। ਦੂਸਰੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਰਿਲੀਜਨ ਦੇ ਥਰੂ ਨਹੀਂ ਰਿਪਰੈਜ਼ੈਂਟ ਕਰ ਸਕਦੇ, ਠੀਕ ਹੈ। ਹੋਰ ਵੀ ਬਹੁਤ ਕੁਛ ਹੈ, ਰਾਜੇ ਮਹਾਰਾਜੇ ਵੀ ਸੀ, ਸਾਰਿਆਂ ਨੂੰ ਅਸੀਂ ਧਰਮ ਦੇ ਨਾਂ 'ਤੇ ਨਹੀਂ ਜਾਣ ਸਕਦੇ, ਸਾਰਿਆਂ ਦਾ ਧਰਮ ਇੱਕੋ ਜਿਹਾ ਨਹੀਂ ਹੋ ਸਕਦਾ। ਤਾਂ ਇਸ ਕਰਕੇ ਬਾਕੀ ਲੋਕਾਂ ਦੇ ਨਾਲ ਅਨਿਆਂ ਨਾ ਹੋਵੇ। ਹਿਸਟਰੀ ਨੂੰ ਇਸ ਤਰ੍ਹਾਂ ਨਾਲ ਡਿਵਾਈਡ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜੇ ਸਾਰੇ ਲੋਕ ਹੈ ਉਹਨਾਂ ਲੋਕਾਂ ਦੀ ਲਾਈਫ ਬਾਰੇ ਸਾਨੂੰ ਜਾਣਨ ਨੂੰ ਮਿਲ ਸਕੇ, ਕਿਸੇ ਨਾਲ ਵੀ ਕੋਈ ਇਨਜਸਟਿਸ ਨਾ ਹੋਵੇ। ਨੈਕਸਟ ਹੈ ਮਿਲਸ ਵਰਜ਼ਨ, ਇਹ ਆਪਾਂ ਨੈਕਸਟ ਵੀਡੀਓ 'ਚ ਕਰਦੇ ਹਾਂ ਬੇਟਾ।